ਗੁਰੂ ਬਾਰੇ ਭੁਲੇਖਾ ਇਸ ਕਾਰਨ ਵੀ ਹੈ ਕਿ ਬਾਹਰ ਸੰਸਾਰ ਦੇ ਵਿੱਚ ਬਹੁਤ ਗੁਰੂ ਹਨ, ਬਹੁਤ ਸ਼ਿਸ਼ ਹਨ, ਭਟਕ ਰਹੇ। ਬਹੁਤਿਆਂ ਦੀ ਧਾਰਨਾ ਇਹ ਹੈ ਵੀ ਗੁਰੂ ਤੋਂ ਬਗੈਰ ਮੁਕਤੀ ਨਹੀਂ ਹੈ। ਕਹਿੰਦੇ ਹਨ ਨਾ, ਗੁਰੂ ਤੋਂ ਬਿਨਾਂ ਗਤ ਨਹੀਂ। ਤੇ ਗੁਰੂ ਧਾਰਨ ਕਰਨਾ ਹੀ ਹੈ। ਤੇ ਲੋਕ ਬਾਹਰੋਂ ਗੁਰੂ ਧਾਰਨ ਕਰਦੇ ਹਨ। ਬਹੁਤਿਆਂ ਨੂੰ ਪਤਾ ਵੀ ਨਹੀਂ ਹੁੰਦਾ ਗੁਰੂ ਦੇ ਅਰਥ ਦਾ ਵੀ, ਜਾਂ ਬਹੁਤਿਆਂ ਨੂੰ ਖਿਆਲ ਹੁੰਦਾ ਹੈ ਵੀ ਸੰਸਾਰ ਦੇ ਵਿੱਚ ਗੁਰੂ ਬਚਾਵੇਗਾ ਤੇ ਮਰਨ ਤੋਂ ਬਾਅਦ ਵੀ ਬਚਾਵੇਗਾ। ਗੁਰੂ ਵੀ ਆਸ਼ਵਾਸਨ ਦਿੰਦੇ ਹਨ। ਤੇ ਬਹੁਤੇ ਲੋਕ ਸੰਸਾਰਿਕ ਇੱਛਾਵਾਂ ਦੇ ਕਾਰਨ ਵੀ ਗੁਰੂ ਧਾਰਨ ਕਰ ਲੈਂਦੇ ਹਨ ਵੀ ਗੁਰੂ ਕਿਰਪਾ ਕਰ ਰਿਹਾ ਹੈ, ਸੰਸਾਰਿਕ ਇੱਛਾਵਾਂ ਪੂਰੀਆਂ ਹੋ ਰਹੀਆਂ, ਕਾਰੋਬਾਰ ਚੱਲ ਰਹੇ ਹਨ, ਗੁਰੂ ਦੀ ਕਿਰਪਾ ਹੈ। ਦੂਸਰਾ ਕਹਿੰਦਾ ਹੈ ਵੀ ਮੈਂ ਵੀ ਧਾਰਨ ਕਰਦਾ, ਮੇਰੇ ਤੇ ਵੀ ਸ਼ਾਇਦ ਹੋਵੇ। ਸੰਸਾਰ ਦੇ ਵਿੱਚ ਸੁਖੀ ਹਾਂ, ਗੁਰੂ ਦੀ ਕਿਰਪਾ ਹੈ, ਜਾਂ ਮਿਲ ਰਿਹਾ ਹੈ ਕੁਛ, ਗੁਰੂ ਦੀ ਕਿਰਪਾ ਹੈ। ਤੇ ਬਹੁਤੇ ਲੋਕ ਸੰਸਾਰੀ ਹਨ। ਸੰਸਾਰ ਦੀ ਇੱਛਾ ਮਰੀ ਨਹੀਂ ਹੈ, ਸੰਸਾਰ ਦੀਆਂ ਚਾਹਤਾਂ ਹਨ, ਤੋ ਵੀ ਗੁਰੂ ਧਾਰਨ ਕਰ ਲੈਂਦੇ ਹਨ। ਤੇ ਗੁਰੂ ਵੀ ਸੰਸਾਰੀ ਹਨ, ਉਹ ਵੀ ਸੰਸਾਰਿਕ ਲੋੜਾਂ ਦੇ ਕਾਰਨ ਜੁੜੇ ਹੋਏ ਹਨ, ਜੋੜੀ ਰੱਖਦੇ ਹਨ। ਤੇ ਹਰ ਤਰ੍ਹਾਂ ਦਾ ਆਦਮੀ ਹੈ, ਹਰ ਤਰ੍ਹਾਂ ਦੀ ਸੋਚ ਹੈ, ਇਸ ਕਰਕੇ ਹਰ ਤਰ੍ਹਾਂ ਦਾ ਹੀ ਗੁਰੂ ਮਿਲ ਜਾਂਦਾ ਹੈ। ਤੇ ਜਿਹਦੀ ਜਿਵੇਂ ਦੀ ਸੋਚ ਹੁੰਦੀ ਹੈ, ਸਿੱਖਾਂ ਦੀ ਜਿਵੇਂ ਸੋਚ ਹੈ ਵੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ, ਕੋਈ ਮੂਰਤੀ ਨੂੰ ਗੁਰੂ ਸਮਝਦਾ ਹੈ, ਕੋਈ ਜੋ ਪੁਰਾਣੇ ਗੁਜ਼ਰ ਗਏ ਹਨ ਸਾਧੂ ਮਹਾਤਮਾ ਜਾਂ ਗੁਰੂ ਅਵਤਾਰੀ ਪੁਰਸ਼, ਉਹਨਾਂ ਨੂੰ ਗੁਰੂ ਕਹਿੰਦਾ ਹੈ। ਕੋਈ ਪਰਮਾਤਮਾ ਨੂੰ ਗੁਰੂ ਮੰਨਦਾ ਹੈ। ਹਰ ਇੱਕ ਦੀ ਧਾਰਨਾ ਵੱਖ ਵੱਖ ਹੈ। ਗੁਰੂ ਬਾਰੇ ਸ਼ਬਦ ਨੂੰ ਵੀ ਗੁਰੂ ਕਿਹਾ ਹੈ, ਗਿਆਨ ਨੂੰ ਵੀ ਗੁਰੂ ਕਿਹਾ ਹੈ, ਦੇਖੋ ਪਵਨ ਨੂੰ ਵੀ ਗੁਰੂ ਕਿਹਾ ਹੈ। ਤੇ ਗੁਰੂ ਅਗਰ ਤੁਸੀਂ ਸਮਝ ਕੇ ਧਾਰਨ ਕਰਨਾ ਚਾਹੋ, ਵੀ ਸਮਝ ਕੇ ਵਿਚਾਰ ਕੇ, ਕਈ ਕਹਿੰਦੇ ਹਨ ਫਿਰ ਗੁਰੂ ਧਾਰਨ ਕਰਨਾ, ਫਿਰ ਨਹੀਂ ਕਰ ਸਕਦੇ ਤੁਸੀਂ। ਗੁਰੂ ਨਾਲ ਸੰਬੰਧ ਸਮਝਦਾਰੀ ਦੁਆਰਾ ਨਹੀਂ ਹੋਵੇਗਾ। ਸਮਝ ਦੁਆਰਾ ਸ਼ਬਦ ਨਾਲ ਸੰਬੰਧ ਹੋ ਸਕਦਾ ਹੈ, ਵਿਚਾਰ ਨਾਲ ਸੰਬੰਧ ਹੋ ਸਕਦਾ ਹੈ, ਗਿਆਨ ਨਾਲ ਸੰਬੰਧ ਹੋ ਸਕਦਾ ਹੈ। ਤੇ ਗਿਆਨ ਦੇ ਜਾਲ ਦੇ ਵਿੱਚ ਸਮਝ ਉਲਝ ਜਾਂਦੀ ਹੈ ਤੇ ਆਦਮੀ ਪੰਡਿਤ ਬਣ ਕੇ ਰਹਿ ਜਾਂਦਾ ਹੈ। ਗਿਆਨ ਤੇ ਬਹੁਤ ਹੋ ਜਾਂਦਾ ਹੈ, ਪਰ ਕੋਰਾ ਗਿਆਨ ਉਹ ਮਰਨ ਤੋਂ ਪਹਿਲਾਂ ਹੀ ਇੱਥੇ ਸੰਸਾਰ 'ਚ ਹੀ ਰਹਿ ਜਾਂਦਾ ਹੈ। ਤੇ ਜ਼ਿਆਦਾ ਸਮਝ ਵਾਲਾ ਮਨੁੱਖ ਇਉਂ ਹੀ ਸੋਚਦਾ ਹੈ ਕਿ ਕਿਸੇ ਦਾ ਸਹਾਰਾ ਨਾ ਲਵਾਂ। ਭਾਵ ਕਿ ਅਗਰ ਕਿਸੇ ਨੇ ਪਾਇਆ ਵੀ ਹੈ ਪਰਮਾਤਮਾ, ਜਾਣਿਆ ਵੀ ਹੈ, ਮੁਕਤ ਵੀ ਕੋਈ ਹੋਇਆ ਹੈ, ਤੇ ਉਹਦੇ ਕੋਲ ਵੀ ਸਮਝ ਹੋਵੇਗੀ ਨਾ। ਤੇ ਉਹਦੇ ਨਾਲੋਂ ਮੇਰੇ ਕੋਲ ਘੱਟ ਥੋੜ੍ਹੀ ਹੈ ਸਮਝ। ਆਦਮੀ ਇਉਂ ਹੀ ਸੋਚਦਾ ਹੈ।
ਪਰ ਇਹ ਸਮਝ ਨੂੰ ਛੱਡਣਾ ਹੈ। ਆਪਣੇ ਆਪ ਛੱਡਣ ਨੂੰ ਤਿਆਰ ਹੋ ਜਾਵੇ ਕੋਈ ਤਾਂ ਵਧੀਆ ਹੈ, ਪਰ ਆਪਣੇ ਆਪ ਕਿੱਥੇ ਛੁੱਟਦੀ ਹੈ, ਆਪਣੇ ਆਪ 'ਤੇ ਵੱਧਦੀ ਹੈ, ਆਪਣੇ ਆਪ ਨਹੀਂ ਛੁੱਟਦੀ। ਇਸ ਕਰਕੇ ਸਹਾਰੇ ਦੀ ਲੋੜ ਪੈਂਦੀ ਹੈ। ਇਹ ਸਮਝਦਾਰੀ ਦੁਆਰਾ ਨਹੀਂ ਸੰਬੰਧ ਹੁੰਦਾ ਹੈ। ਗੁਰੂ ਦਾ ਸੰਬੰਧ ਜਿਹੜਾ ਹੈ ਨਾ, ਬਹੁਤ ਅੰਤਰੀਵ ਹੈ, ਬਹੁਤ ਗਹਿਰਾ ਹੈ। ਦੇਖੋ ਤੁਸੀਂ ਸੰਸਾਰਿਕ ਜਿੰਨੇ ਵੀ ਸੰਬੰਧ ਹਨ ਨਾ ਤੁਹਾਡੇ, ਸਾਰਿਆਂ ਨੂੰ ਗਹਿਰਾ ਹੈ ਗੁਰੂ ਦਾ ਸੰਬੰਧ, ਕਿਉਂਕਿ ਗੁਰੂ ਦੇ ਸੰਬੰਧ ਦੁਆਰਾ ਸਾਰੇ ਸੰਬੰਧ ਛੁੱਟਦੇ ਹਨ। ਕੋਈ ਐਸਾ ਸੰਬੰਧ ਹੈ ਜਿਹਦੇ ਸਹਾਰੇ ਤੁਸੀਂ ਸਾਰੇ ਹੀ ਸੰਬੰਧ ਛੱਡਦੇ? ਫਿਰ ਕੋਈ ਛੱਡ ਵੀ ਜਾਂਦਾ ਹੈ, ਮੰਨ ਲਿਆ। ਕਈ ਪ੍ਰੇਮੀ ਹਨ, ਕਈ ਮਿੱਤਰ ਹਨ, ਉਹ ਦੂਸਰਿਆਂ ਦਾ ਸਾਥ ਛੱਡ ਦਿੰਦੇ ਆ ਮਿੱਤਰਤਾਈ ਵਾਸਤੇ, ਪਰ ਫਿਰ ਵੀ ਮਨ 'ਤੇ ਨਹੀਂ ਛੱਡਦੇ ਆ। ਸਤਿਗੁਰ ਮੈਂਡਾ ਮਿੱਤ ਹੈ, ਮਿਲੇ ਤਾਂ ਇਹ ਮਨ ਵਾਰਿਆ। ਕਹਿੰਦੇ ਹਨ ਸਤਿਗੁਰੂ ਐਸਾ ਮਿੱਤਰ ਹੈ ਜਿਹਦੇ ਉੱਪਰੋਂ ਦੀ ਮਨ ਵਾਰ ਦਿੱਤਾ। ਮਨ ਵਾਰਨਾ ਬਹੁਤ ਕਠਿਨ ਹੈ, ਮਿੱਤਰ ਦੀ ਨਹੀਂ ਵਾਰਦਾ ਹੈ ਕੋਈ। ਇਹ ਮਿੱਤਰ ਤੋਂ ਗਹਿਰਾ ਹੈ ਸੰਬੰਧ। ਭਾਵ ਕਿ ਜਿਹਦੇ ਸਹਾਰੇ ਤੁਸੀਂ ਆਪਣੀ ਮਨ ਦੀ ਮਰਜ਼ੀ ਛੱਡਣੀ ਹੈ। ਮਨ ਦੀ ਮਰਜ਼ੀ ਤੁਸੀਂ ਬਹੁਤ ਗਹਿਰੇ ਪ੍ਰੇਮ ਦੇ ਵਿੱਚ ਛੱਡੋਗੇ, ਕਿਸੇ ਦਾ ਕਹਿਣਾ ਮੰਨੋ, ਕਿਉਂਕਿ ਮਨ ਦੀ ਮਰਜ਼ੀ ਦੇ ਅਨੁਕੂਲ ਤੇ ਤੁਸੀਂ ਜੀਣਾ ਚਾਹੁੰਦੇ ਹੋ। ਹਰ ਇੱਕ ਹੀ ਜੀਣਾ ਚਾਹੁੰਦਾ ਹੈ ਵੀ ਜੋ ਮਨ ਚਾਹੁੰਦਾ ਹੈ, ਜਿਵੇਂ ਤੁਹਾਡਾ ਮਨ ਚਾਹੁੰਦਾ ਹੈ, ਜਿੱਦਾਂ ਵੀ ਜੀਣਾ, ਰਹਿਣਾ, ਖਾਣਾ ਪੀਣਾ, ਉਹ ਚਾਹਤ ਨੂੰ ਤੁਸੀਂ ਅਗਰ ਛੱਡਣਾ ਹੋਵੇ, ਅਗਰ ਕੋਈ ਛਡਾਵੇ ਤਾਂ ਤੁਸੀਂ ਛੱਡਣ ਨੂੰ ਤਿਆਰ ਹੋ ਜਾਓ। ਅਤੇ ਬਹੁਤ ਗਹਿਰਾ ਹੋਵੇਗਾ ਤਾਂ ਹੀ ਤੁਸੀਂ ਛੱਡੋਗੇ। ਵੀ ਆ ਵੀ ਮੈਂ ਸ਼ੌਂਕ ਆਪਣਾ ਛੱਡਿਆ, ਆਪਣਾ ਜੀਣਾ ਛੱਡਿਆ। ਸ਼ਿਸ਼ ਦਾ ਭਾਵ ਹੁੰਦਾ ਹੈ, ਸ਼ਿਸ਼ ਆਪਣਾ ਜੀਣਾ ਛੱਡ ਦਿੰਦਾ ਹੈ, ਗੁਰੂ ਦੀ ਜੀਵਨੀ ਜੀਂਦਾ ਹੈ। ਗੁਰ ਕਹਿਆ ਸਾ ਕਾਰ ਕਮਾਓ, ਤਨ ਮਨ ਧਨ ਸਭ ਸੌਂਪ, ਗੁਰ ਕੋ ਹੁਕਮ ਮੰਨਿਆ ਪਾਈ। ਦੇਖੋ ਸਾਰਾ ਕੁਛ ਸੌਂਪਣ ਬਹੁਤ ਗਹਿਰੇ ਪ੍ਰੇਮ ਦੇ ਵਿੱਚ ਹੁੰਦਾ। ਅਤੇ ਇਹ ਪ੍ਰੇਮ ਜਿਹੜਾ ਗਹਿਰਾ ਹੈ ਨਾ, ਇਹ ਸੋਚਿਆ ਨਹੀਂ ਹੁੰਦਾ, ਨਾ ਵਿਚਾਰਿਆ ਹੁੰਦਾ ਹੈ। ਇਹ ਅਦ੍ਰਿਸ਼ਟ ਹੈ, ਇਹ ਅਗੋਚਰ ਹੈ, ਇਹ ਸਮਝ ਤੋਂ ਪਰੇ ਹੈ। ਖਿਆਲ ਵਿੱਚ ਰੱਖੋ। ਫਿਰ ਗੁਰੂ ਵੀ ਗੁਰੂ ਬਣਦਾ ਨਹੀਂ ਹੈ ਵਾਸਤਵਿਕ ਗੁਰੂ। ਉਹ ਕਹਿੰਦਾ ਨਹੀਂ ਹੈ ਮੈਂ ਗੁਰੂ ਹਾਂ, ਤੁਸੀਂ ਮੇਰੇ ਸ਼ਿਸ਼ ਬਣ ਜਾਓ। ਜਿਵੇਂ ਕਬੀਰ ਜੀ ਦੇ ਗੁਰੂ ਨੇ ਕਿਹਾ ਸੀ ਨਾ, ਮੈਂ ਤੇਰਾ ਗੁਰੂ ਨਹੀਂ, ਬਣਨ ਨੂੰ ਤਿਆਰ। ਕੋਈ ਵੀ ਗੁਰੂ ਐਸਾ ਹੀ ਕਹਿੰਦਾ ਹੈ। ਪਰ ਸ਼ਿਸ਼ ਅਗਰ ਬਣਾਉਣ ਨੂੰ ਤਿਆਰ ਹੋਵੇ, ਫਿਰ ਗੁਰੂ ਨਾ ਨਹੀਂ ਕਰਦਾ। ਦਰਅਸਲ ਸ਼ਿਸ਼ ਹੀ ਗੁਰੂ ਬਣਾਉਂਦੇ ਹਨ, ਸ਼ਿਸ਼ ਹੀ ਗੁਰੂ ਨੂੰ ਪੈਦਾ ਕਰਦਾ ਹੈ, ਇਉਂ ਕਹਿ ਸਕਦੇ। ਸ਼ਿਸ਼ ਹੋਵੇ ਹੀ ਨਾ ਤੇ ਗੁਰੂ ਕਿੱਥੋਂ ਹੋਊਗਾ। ਅਤੇ ਜਿਹੜੇ ਕਹਿੰਦੇ ਹਨ ਕਿ ਅਸੀਂ ਗੁਰੂ ਹਾਂ, ਕਈ ਮੰਤਰ ਦੇ ਦਿੰਦੇ ਹਨ ਜਾਂ ਹੋਰ ਢੰਗ ਦੇ ਨਾਲ ਗੁਰੂ ਧਾਰਨ ਕਰ ਦਿੰਦੇ ਆ, ਤੋਂ ਬਾਹਰੋਂ ਸ਼ਿਸ਼ ਜੁੜਿਆ ਰਹਿੰਦਾ ਹੈ। ਜਿਵੇਂ ਰਿਸ਼ਤੇਦਾਰੀ ਹੁੰਦੀ ਹੈ, ਗੁਰਪੂਰਨਿਮਾ 'ਤੇ ਪੂਜਾ ਕਰ ਲੈਂਦਾ। ਵੈਸੇ ਗੁਰੂ ਤਾਂ ਬਹੁਤ ਹਨ, ਪਰ ਵਾਸਤਵਿਕ ਦੇ ਵਿੱਚ ਮਰ ਮਿਟਾਉਣ ਵਾਲਾ ਜਿਹੜਾ ਗੁਰੂ ਹੈ ਨਾ, ਉਹ ਪ੍ਰਗਟ ਨਹੀਂ ਹੁੰਦਾ ਹੈ ਬਹੁਤ। ਅਤੇ ਅਪਰਗਟ ਹੈ ਜਿਹੜਾ ਬਿਲਕੁਲ ਸਹਿਜ ਹੈ, ਜਿਹਦੀ ਬਹੁਤੀ ਪ੍ਰਭਤਾ ਨਹੀਂ ਹੈ, ਆਮ ਸਾਧਾਰਨ ਹੈ, ਉਹਦੇ ਅੱਗੋਂ
ਝੁਕਣਾ ਹੈ, ਸਮਰਪਿਤ ਹੋਣਾ ਹੈ। ਕੌਣ ਹੋਵੇਗਾ? ਜਿਹੜਾ ਬਹੁਤ ਹੀ ਗਹਿਰਾ ਅੰਤਰੀ ਭਾਵ ਨਾਲ ਜੁੜਿਆ ਹੋਵੇ। ਮਨ ਛੱਡਣਾ ਹੈ ਨਾ, ਮੈਂ ਛੱਡਣੀ, ਮਨ ਦੀਆਂ ਆਦਤਾਂ ਛੱਡਣੀਆਂ, ਮਨ ਨੂੰ ਪੂਰਾ ਛੱਡਣਾ। ਅਤੇ ਛੁੱਟਦਾ ਹੈ ਪ੍ਰੇਮ ਦੇ ਸਹਾਰੇ ਸ਼ਰਧਾ, ਅਤੇ ਸ਼ਰਧਾ ਆਪਣੇ ਆਪ ਪੈਦਾ ਹੁੰਦੀ ਹੈ। ਫਿਰ ਇਹ ਹੌਲੀ ਹੌਲੀ ਹੁੰਦੀ ਹੈ, ਇੱਕਦਮ ਨਹੀਂ ਹੋ ਜਾਂਦੀ। ਬਹੁਤ ਵਾਰ ਮਨ ਇਨਕਾਰ ਕਰਦਾ ਹੈ, ਫਿਰ ਸ਼ਰਧਾ ਹੋ ਜਾਂਦੀ ਹੈ, ਫਿਰ ਭਾਵਨਾ ਜਾਗ ਪੈਂਦੀ ਹੈ, ਵਿੱਚੋਂ ਹੀ ਮਨ ਫਿਰ ਨੈਗੇਟਿਵ ਹੋ ਜਾਂਦਾ ਹੈ। ਕਿਉਂਕਿ ਮਨ ਹੈ ਜਿੰਨਾ ਚਿਰ ਉਹਨਾਂ ਚਿਰ ਡੋਲਦਾ ਰਹਿੰਦਾ ਹੈ, ਕਦੇ ਸੰਸਾਰ ਵੱਲ, ਕਦੇ ਗੁਰੂ ਵੱਲ। ਕਿਉਂਕਿ ਗੁਰੂ ਨੇ ਸੰਸਾਰ ਵਿੱਚੋਂ ਖਿੱਚਣਾ ਹੈ ਬਾਹਰ। ਸੰਸਾਰ ਵੀ ਮੋਹ ਦਾ ਹੈ, ਪਕੜਦਾ ਹੈ, ਅਤੇ ਵਾਰ ਕਈ ਵਾਰ ਸੰਸਾਰ ਵੱਲ ਵੀ ਚਲੇ ਜਾਂਦੀ ਹੈ। ਸੁਰਤ ਵੀ ਛੱਡੋ ਪਰਾਂ। ਕਈ ਵਾਰ ਊਣਤਾਈਆਂ ਵੀ ਦਿਖਣ ਲੱਗ ਜਾਂਦੀਆਂ ਹਨ ਸੰਸਾਰਿਕ ਬਿਰਤੀ ਨਾਲ। ਜਦੋਂ ਆਦਮੀ ਦੇਖਦਾ ਹੈ ਗੁਰੂ, ਕਮਜ਼ੋਰੀਆਂ ਵੀ ਦਿਖਣ ਲੱਗ ਜਾਂਦੀਆਂ, ਗਲਤੀਆਂ ਵੀ ਪਕੜ ਲੱਗ ਜਾਂਦਾ ਹੈ। ਫਿਰ ਮਨ ਉੱਧਰ ਸੰਸਾਰ ਵੱਲ ਚਲੇ ਜਾਂਦਾ, ਵਾਰ ਭਟਕਦਾ ਹੈ, ਵਾਰ ਦ੍ਰਿੜ ਹੁੰਦਾ ਹੈ। ਫਿਰ ਜਦੋਂ ਪੂਰਾ ਦ੍ਰਿੜ ਹੋ ਜਾਂਦਾ ਹੈ ਨਾ, ਪੂਰੀ ਭਾਵਨਾ ਹੁੰਦੀ ਹੈ, ਜਦੋਂ ਸਿਰ ਅਰਪਣ ਕਰਨ ਨੂੰ ਤਿਆਰ ਹੋ ਜਾਂਦਾ ਹੈ, ਉਦੋਂ ਉਹਦੀ ਮੈਂ ਮਿਟ ਜਾਂਦੀ ਹੈ। ਅਤੇ ਜਦੋਂ ਮੈਂ ਮਿਟ ਜਾਂਦੀ ਹੈ ਨਾ, ਉਦੋਂ ਜਾਣਦਾ ਹੈ ਇਹੀ ਮੈਂ ਅਤੇ ਗੁਰੂ ਇੱਕੋ ਹੀ ਹਾਂ। ਫਰਕ ਥੋੜ੍ਹਾ ਹੀ ਹੈ ਅੰਦਰੋਂ, ਕੋਈ ਬਾਹਰੋਂ ਸਰੀਰਾਂ ਦਾ ਫਰਕ ਹੈ, ਤੁਹਾਡੀ ਸੋਚ ਦਾ ਫਰਕ ਹੈ, ਵਿਚਾਰ ਦਾ ਫਰਕ ਹੈ। ਲਹਿਦਾ ਸਮਾਜ ਦੇ ਵਿੱਚ ਰਹੇ ਹੋ ਤੁਸੀਂ, ਵਿਚਾਰਧਾਰਾ ਲਹਿਦਾ ਹੈ, ਸੋਚ ਲਹਿਦਾ ਹੈ, ਸਮਝ ਲਹਿਦਾ ਹੈ। ਅਗਰ ਤੁਸੀਂ ਸੋਚੋ ਨਾ, ਵਿਚਾਰੋ ਨਾ, ਗੁਰੂ ਦੇ ਕੋਲ ਬੈਠ ਕੇ ਗੁਰੂ ਨੂੰ ਦੇਖਦੇ ਰਹੋ, ਨਿਹਾਰਦੇ ਰਹੋ, ਤੁਸੀਂ ਦੇਖੋਗੇ ਵੀ ਉਹਦੇ ਵਿੱਚ ਡੁੱਬ ਗਏ। ਕਿਉਂਕਿ ਸੋਚ ਵਿਚਾਰ ਕਰਕੇ ਭਿੰਨ ਹੁੰਦਾ ਹੈ ਨਾ। ਅਤੇ ਇਹ ਬਹੁਤ ਸਹਿਜ ਹੈ ਮਾਰਗ। ਪਰ ਹੰਕਾਰੀ ਆਦਮੀ ਇਸ ਮਾਰਗ 'ਤੇ ਨਹੀਂ ਚੱਲਣਾ ਚਾਹੇਗਾ। ਖਿਆਲ ਵਿੱਚ ਇਹ ਰੱਖਣ ਯੋਗ ਹੈ, ਅਹੰ ਭਾਵ ਜਿਨ੍ਹਾਂ 'ਚ ਥੋੜ੍ਹਾ ਜਿਹਾ ਹੈ, ਕੁਛ ਜਾਣਕਾਰੀ ਹੈ, ਕੁਛ ਮਾਣ ਸਨਮਾਨ ਹੈ, ਉਹ ਝੁਕਣ ਨੂੰ ਤਿਆਰ ਨਹੀਂ ਹੋਵੇਗਾ, ਉਹ ਮਿਟਣ ਨੂੰ ਤਿਆਰ ਨਹੀਂ ਹੋਵੇਗਾ। ਉਹ ਕਹੇਗਾ ਨਹੀਂ, ਮੈਂ ਸੁਣ ਕੇ ਸਮਝ ਕੇ ਚੱਲੂੰਗਾ, ਮੈਂ ਨਹੀਂ ਝੁਕ ਸਕਦਾ। ਪਰ ਜਿਹੜਾ ਝੁਕ ਨਹੀਂ ਸਕਦਾ ਹੈ ਨਾ, ਉਹ ਸਮਝ ਕੇ ਵਿਚਾਰ ਕੇ ਵੀ ਨਹੀਂ ਚੱਲੇਗਾ, ਉਹਦਾ ਹੰਕਾਰ ਹੀ ਵਧੇਗਾ। ਵੱਧ ਰਿਹਾ ਹੈ ਬਹੁਤ ਵਿਚਾਰਕਾਂ ਦਾ ਹੰਕਾਰ, ਪ੍ਰਚਾਰਕਾਂ। ਵਾਸਤਵਿਕ ਦੇ ਵਿੱਚ ਜਿਹੜਾ ਹੰਕਾਰ ਹੈ ਨਾ, ਉਹ ਆਪਣੇ ਆਪ 'ਤੇ ਵਧੇਗਾ ਹੀ। ਅਤੇ ਇਹ ਜਿਵੇਂ ਇਹਨੇ ਕਿਹਾ ਹੈ ਨਾ ਵੀ ਗੁਰੂ ਸਤਿਗੁਰੂ ਬਾਰੇ ਬਹੁਤ ਭੁਲੇਖੇ ਹਨ। ਬੁੱਧੀ ਦੇ ਤਲ 'ਤੇ ਭੁਲੇਖਾ ਜਾਰੀ ਰਹੇਗਾ ਜਿੰਨਾ ਚਿਰ ਤੁਸੀਂ ਸੋਚਦੇ ਰਹੋਗੇ। ਸੋਚੋ ਨਾ, ਵਿਚਾਰ ਦੇ ਤਲ 'ਤੇ ਨਾ ਸਮਝੋ, ਬੁੱਧੀ ਦੇ ਤਲ 'ਤੇ, ਉਸ ਤਲ ਤੋਂ ਹੋਰ ਗਹਿਰਾ ਉਤਰੋ। ਇਹ ਸਿਰਫ ਸਮਝਣ ਵਾਸਤੇ ਨਹੀਂ ਕਿਹਾ ਜਾ ਰਿਹਾ ਹੈ। ਸਮਝ ਕੇ ਨਹੀਂ ਤੁਸੀਂ ਸਮਝ ਸਕਦੇ, ਸਮਝ ਕੇ ਨਾ ਹੀ ਤੁਹਾਨੂੰ ਉੱਤਰ ਮਿਲੇਗਾ। ਜਾਣ ਕੇ ਜਿੱਥੋਂ ਦੀ ਗੱਲ ਕਹੀ ਜਾ ਰਹੀ ਹੈ ਉੱਥੇ ਜਾ ਕੇ ਤੁਹਾਨੂੰ ਪਤਾ ਲੱਗੇ। ਜਿਹੜੇ ਦਰ ਤੋਂ ਤੁਸੀਂ ਆਏ ਹੋ ਉਸ ਦਰ ਜਾ ਕੇ ਹੀ ਜਾਣੋਗੇ ਨਾ। ਇਹ ਉਹ ਦਰ, ਕਈ ਪ੍ਰੇਮੀ ਸੋਚਣ ਵੀ ਲੱਗ ਜਾਂਦੇ, ਕਹਿੰਦੇ ਪਤਾ ਕਿਵੇਂ ਲੱਗੂ ਪਰਮਾਤਮਾ ਮਿਲੇਗਾ। ਮੈਂ ਕਿਹਾ ਜਦੋਂ ਤੁਸੀਂ ਉਸ ਘਰ ਪਹੁੰਚ ਗਏ, ਜਿਹੜੇ ਘਰ ਤੋਂ ਤੁਸੀਂ ਆਓ ਜਾਣੋਗੇ ਹੀ ਨਾ। ਉਹ ਗਿਆਨ ਤਾਂ ਤੁਹਾਨੂੰ ਹੈ, ਉਸ ਘਰ ਦਾ ਗਿਆਨ ਜਿਹੜੇ ਘਰ ਤੋਂ ਆਏ ਹੋ। ਇਸੇ ਕਰਕੇ ਕਿਹਾ ਜਾਂਦਾ ਹੈ ਨਾ, ਪਰਮਾਤਮਾ ਨੂੰ ਯਾਦ ਕਰੋ, ਚੇਤੇ ਕਰੋ। ਚੇਤੇ ਤਾਂ ਉਹਨੂੰ ਹੀ ਆਦਮੀ ਕਰਦਾ ਹੈ
ਜਿਹਨੂੰ ਭੁਲਾਇਆ ਹੋਵੇ, ਇਹਦਾ ਮਤਲਬ ਪ੍ਰਮਾਤਮਾ ਭੁੱਲ ਗਿਆ ਹੈ। ਪਹਿਲਾਂ ਯਾਦ ਸੀ, ਭੁੱਲ ਗਿਆ, ਹੁਣ ਫਿਰ ਯਾਦ ਕਰ। ਉਹ ਪੁਰਾਣਾ ਘਰ ਨਵੇਂ ਘਰਾਂ 'ਚ ਤੁਹਾਡੀ ਸੁਰਤ ਉਲਝ ਗਈ, ਨਵੇਂ ਘਰਾਂ 'ਚੋਂ ਗੁਰੂ ਕੱਢਦਾ ਹੈ, ਪੁਰਾਣੇ ਘਰ ਦੀ ਯਾਦ ਦਿਵਾਉਂਦਾ ਹੈ। ਜਿਸ ਘਰ ਤੋਂ ਰਹਿਣਾ ਵਸਣਾ ਸੋ ਕਰ ਦਿਓ ਵਿਸਾਰ, ਸੋ ਕਰ ਦਿਓ ਵਿਸਾਰ, ਸੋ ਕਰ ਦਿਓ